ਪਰ ਫਿਰ ਤੋਂ ਸਵਾਗਤ ਹੈ ਕਲਾਸ ਦੇ ਵਿੱਚ। ਅੱਜ ਅਸੀਂ ਅਕੋਮੋਡੇਸ਼ਨ ਆਪਰੇਸ਼ਨ ਦਾ ਅਗਲਾ ਚੈਪਟਰ, ਪਹਿਲਾਂ ਮੈਂ ਵਾਟਰ ਮੈਨੇਜਮੈਂਟ ਕਰਵਾ ਚੁੱਕਾ ਹਾਂ। ਹੁਣ ਉਸ ਤੋਂ ਬਾਅਦ ਵਾਟਰ ਦਾ ਡਿਸਟ੍ਰੀਬਿਊਸ਼ਨ ਸਿਸਟਮ ਕਿਵੇਂ ਹੁੰਦਾ ਆ, ਇੰਡੀਆ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ, ਅਸੀਂ ਵਾਟਰ ਦੇ ਡਿਸਟ੍ਰੀਬਿਊਸ਼ਨ ਸਿਸਟਮ ਬਾਰੇ ਪੜ੍ਹਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਵਾਟਰ ਕੈਨ ਬੀ ਡਿਸਟ੍ਰੀਬਿਊਟਡ ਬਾय ਫੋਲੋਇੰਗ ਦੀ ਮੈਥਡ: ਗ੍ਰੈਵਿਟੀ, ਪੰਪ ਐਂਡ reservoir। ਸੋ ਜਨਰਲ ਕਰੈਕਟਰਿਸਟਿਕਸ ਆਫ ਵਾਟਰ ਡਿਸਟ੍ਰੀਬਿਊਸ਼ਨ ਸਿਸਟਮ ਕੀ ਹੁੰਦੇ ਆ ਕਿ ਏਬਲ ਟੂ ਸਪਲਾਈ ਕਲੀਨ ਵਾਟਰ, ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਕਲੀਨ ਵਾਟਰ ਨੂੰ ਸਪਲਾਈ ਕਰਨਾ। ਸਭ ਤੋਂ ਪਹਿਲਾਂ ਇਹ ਹੋ ਗਿਆ। ਇਫੈਕਟਿਵ ਡਿਸਟ੍ਰੀਬਿਊਸ਼ਨ ਸਿਸਟਮ ਲੱਗਾ ਹੋਣਾ ਚਾਹੀਦਾ ਹੈ ਕਿ ਬਹੁਤ ਇਫੈਕਟਿਵ ਹੋਵੇ, ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਲਗਾਇਆ ਹੋਇਆ ਵਾਟਰ ਦਾ ਇਫੈਕਟਿਵ ਹੋਣਾ ਚਾਹੀਦਾ। ਪਾਈਪਿੰਗ ਸਿਸਟਮ ਇਜ਼ ਏਬਲ ਟੂ ਸਪਲਾਈ ਵਾਟਰ ਕੰਟੀਨਿਊਸਲੀ ਵਿਦ ਮਿਨੀਮਮ ਮੇਨਟੇਨੈਂਸ। ਜਿਹੜਾ ਪਾਈਪ ਸਿਸਟਮ ਲਗਾਇਆ ਹੋਇਆ ਵਾਟਰ ਨੂੰ ਸਪਲਾਈ ਕਰਨ ਲਈ, ਉਹ ਕੰਟੀਨਿਊਸਲੀ ਚੱਲਣਾ ਚਾਹੀਦਾ ਹੈ ਵਿਦਆਊਟ ਐਨੀ ਮੇਨਟੇਨੈਂਸ ਦੇ। ਵਿਦਆਊਟ ਮਤਲਬ ਜ਼ਿਆਦਾ ਮਿਨੀਮਮ ਮੇਨਟੇਨੈਂਸ ਕਰਨੀ ਪਵੇ, ਜ਼ਿਆਦਾ ਮੇਨਟੇਨੈਂਸ ਦੀ ਲੋੜ ਨਾ ਪਵੇ, ਐਸਾ ਪਾਈਪਿੰਗ ਸਿਸਟਮ ਲਗਾਉਣਾ ਚਾਹੀਦਾ ਹੈ। ਮਟੀਰੀਅਲ ਯੂਜ਼ਡ ਇਨ ਡਿਸਟ੍ਰੀਬਿਊਸ਼ਨ ਪਾਈਪ ਸ਼ੁੱਡ ਬੀ ਡਿਊਰੇਬਲ ਐਂਡ ਡੂ ਨਾਟ ਗਿਵ ਲੌਂਗ ਟਰਮ ਸਾਈਡ ਇਫੈਕਟ ਟੂ ਕੰਜ਼ਿਊਮਰਸ। ਕਹਿਣ ਤੋਂ ਭਾਵ ਆ ਕਿ ਜਿਹੜਾ ਡਿਸਟ੍ਰੀਬਿਊਸ਼ਨ ਲਈ ਪਾਈਪ ਲਗਾਇਆ ਹੁੰਦਾ ਹੈ, ਉਹ ਮਟੀਰੀਅਲ ਜਿਹੜਾ ਯੂਜ਼ ਕਰਨਾ ਉਹਦੀ ਡਿਊਰੇਬਿਲਿਟੀ ਜ਼ਿਆਦਾ ਹੋਣੀ ਚਾਹੀਦੀ। ਡਿਊਰੇਬਿਲਿਟੀ ਹੁੰਦੀ ਹੈ ਟਾਈਮ ਪੀਰੀਅਡ ਉਹਦਾ ਵਧੀਆ ਕੁਆਲਿਟੀ ਦੀ ਯੂਜ਼ ਕਰਨੀ ਹੈ, ਕਿ ਟਾਈਮ ਪੀਰੀਅਡ ਉਹਦਾ ਜ਼ਿਆਦਾ ਹੋਏ, ਬਹੁਤ ਲੰਬੇ ਸਮੇਂ ਤੱਕ ਉਹ ਜਿਹੜੀ ਚੱਲ ਸਕੇ। ਠੀਕ ਹੈ। ਡਿਸਟ੍ਰੀਬਿਊਸ਼ਨ ਸਿਸਟਮ ਸ਼ੁੱਡ ਬੀ ਇਕਨੋਮਿਕਲ ਇਨ ਟਰਮ ਆਫ ਇਟਸ ਡਿਜ਼ਾਈਨ, ਲੇਆਊਟ ਐਂਡ ਕੰਸਟਰਕਸ਼ਨ। ਕਹਿਣ ਤੋਂ ਭਾਵ ਇਹ ਆ ਕਿ ਇਹ ਇਕਨੋਮਿਕਲੀ ਡਿਸਟ੍ਰੀਬਿਊਸ਼ਨ ਸਿਸਟਮ ਤੁਹਾਡਾ ਜਿਹੜਾ ਇਕਨੋਮਿਕਲੀ ਵੀ ਵਧੀਆ ਹੋਣਾ ਚਾਹੀਦਾ। ਠੀਕ ਹੈ। ਡਿਜ਼ਾਈਨਿੰਗ ਵੀ ਉਹਦੀ ਵਧੀਆ ਹੋਣੀ ਚਾਹੀਦੀ ਆ, ਲੇਆਊਟ ਵੀ ਉਹਦੀ ਸਹੀ ਹੋਣੀ ਚਾਹੀਦੀ ਹੈ, ਤੇ ਕੰਸਟਰਕਸ਼ਨ ਵੀ ਉਹਦੀ ਵਧੀਆ ਹੋਣੀ ਚਾਹੀਦੀ ਹੈ। ਇਹ ਡਿਸਟ੍ਰੀਬਿਊਸ਼ਨ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਆਓ ਅੱਗੇ ਦੇਖਦੇ ਹਾਂ। ਸਭ ਤੋਂ ਪਹਿਲਾਂ ਗ੍ਰੇਵਿਟੀ। ਗ੍ਰੈਵਿਟੀ ਕੀ ਹੁੰਦੀ ਹੈ? ਗ੍ਰੈਵਿਟੀ ਜਿਵੇਂ ਤੁਸੀਂ ਸੁਣਿਆ ਹੋਏਗਾ ਕਿ ਉੱਪਰੋਂ ਕੋਈ ਚੀਜ਼ ਥੱਲੇ ਆਉਂਦੀ ਆ। ਠੀਕ ਹੈ। ਗ੍ਰੈਵਿਟੀ ਜਿਹੜੀ ਉਸ ਬੇਸ ਤੇ ਹੁੰਦੀ ਆ। ਸੋ ਗ੍ਰੈਵਿਟੀ ਵਾਟਰ ਸਿਸਟਮ ਕੀ ਹੁੰਦਾ? This system is used when water treatment plants is located at higher level than supply। ਇਹ ਕਹਿ ਰਿਹਾ ਕਿ ਅਗਰ ਤੁਹਾਡਾ ਵਾਟਰ ਜਿਹੜਾ ਆ ਟ੍ਰੀਟਮੈਂਟ ਪਲਾਂਟ ਹੁੰਦਾ ਹੈ, ਜਿਹੜਾ ਪਾਣੀ ਦੇ ਵਿੱਚ ਵਾਟਰ ਟ੍ਰੀਟਮੈਂਟ, ਜਿੱਥੇ ਵਾਟਰ ਕੱਢਿਆ ਜਾਂਦਾ ਜਾਂ ਵਾਟਰ ਜਿੱਥੋਂ ਆਉਂਦਾ ਆ, ਉਹ ਅਗਰ ਤੁਹਾਡਾ ਉਚਾਈ ਦੇ ਉੱਤੇ ਆ, ਠੀਕ ਹੈ, ਤੇ ਏਰੀਆ ਜਿਹੜਾ ਥੱਲੇ ਆ, ਉਹ ਗ੍ਰੈਵਿਟੀ ਉਹਨੂੰ ਕਹਿੰਦੇ ਆ। ਠੀਕ ਹੈ। ਗ੍ਰੈਵਿਟੀ ਫਲੋ ਵਾਟਰ ਸਿਸਟਮ ਉਹਨੂੰ ਨਾਂ ਦਿੱਤਾ ਗਿਆ ਹੈ ਜਦੋਂ ਤੁਹਾਡਾ ਵਾਟਰ ਟ੍ਰੀਟਮੈਂਟ ਪਲਾਂਟ ਹਾਈਅਰ ਲੈਵਲ ਤੇ ਹੁੰਦਾ। ਠੀਕ ਹੈ। ਸਪਲਾਈ ਏਰੀਆ ਤੋਂ। ਸੋ ਐਡਵਾਂਟੇਜਸ ਇਹਦੀਆਂ ਕੀ ਕੀ ਹੁੰਦੀਆਂ? ਐਡਵਾਂਟੇਜਸ ਦੇਖ ਲੈਂਦੇ ਆ। ਪੰਪ ਇਜ਼ ਨੋਟ ਰਿਕੁਆਇਰਡ। ਬਿਲਕੁਲ ਪੰਪ ਦੀ ਲੋੜ ਨਹੀਂ ਪੈਂਦੀ ਹੈਗੀ। ਪਾਣੀ ਦਾ ਫਲੋ ਥੱਲੇ ਨੂੰ ਆਉਣਾ ਆ, ਆਪਣੇ ਆਪ ਹੀ ਥੱਲੇ ਆ ਜਾਂਦਾ ਆ। ਓਪਰੇਸ਼ਨਲ ਕੋਸਟ ਇਨ ਟਰਮ ਆਫ ਇਲੈਕਟ੍ਰੀਸਿਟੀ ਕੰਜ਼ੰਪਸ਼ਨ। ਇਲੈਕਟ੍ਰੀਸਿਟੀ ਦੀ ਵੀ ਕੰਜ਼ੰਪਸ਼ਨ ਘੱਟ ਹੁੰਦੀ ਆ, ਬਿਕੋਜ਼ ਪਾਣੀ ਥੱਲੇ ਆਉਣਾ, ਉਹਨੂੰ ਲਿਆਉਣ ਦੀ ਲੋੜ ਥੋੜੀ ਪੈਣੀ ਇਲੈਕਟ੍ਰੀਸਿਟੀ ਦੀ, ਉਹ ਆਪਣੇ ਆਪ ਹੀ ਹੇਠਾਂ ਵੱਲ ਨੂੰ ਆਉਂਦਾ। ਪੰਪ ਮੇਨਟੇਨੈਂਸ ਇਜ਼ ਲੋ ਹੁੰਦੀ ਆ। ਬਿਲਕੁਲ ਅਗਰ ਪੰਪ ਰਿਕੁਆਇਰਡ ਨਹੀਂ ਹੈਗਾ, ਅਗਰ ਰਿਕੁਆਇਰਡ ਵੀ ਹੈਗਾ, ਉਹਦੀ ਮੇਨਟੇਨੈਂਸ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ, ਕਿਉਂਕਿ ਘੱਟ ਹੀ ਯੂਜ਼ ਹੋਵੇਗਾ। ਡਿਸਐਡਵਾਂਟੇਜ ਵੀ ਹੁੰਦੀਆਂ ਇਹਦੀਆਂ। ਡਿਸਐਡਵਾਂਟੇਜ ਇਹਦੀਆਂ ਕੀ ਹੈਗੀਆਂ? ਇਫ ਸਪਲਾਈਡ ਏਰੀਆ ਇਜ਼ ਲੋਕੇਟਡ ਲੋਅਰ ਦੈਨ ਵਾਟਰ ਟ੍ਰੀਟਮੈਂਟ ਪਲਾਂਟ, ਪ੍ਰੈਸ਼ਰ ਇਨ ਦੀ ਪਾਈਪ ਬਿਕਮਸ ਟੂ ਹਾਈ। ਅਗਰ ਕਹਿੰਦੇ ਤੁਹਾਡਾ ਸਪਲਾਈ ਏਰੀਆ ਥੱਲੇ ਆ, ਵਾਟਰ ਟ੍ਰੀਟਮੈਂਟ ਪਲਾਂਟ ਉੱਪਰ ਆ, ਤੇ ਉਹਦਾ ਜਿਹੜਾ ਪ੍ਰੈਸ਼ਰ ਆਊਗਾ ਨਾ ਪਾਣੀ ਦਾ, ਬਹੁਤ ਜ਼ਿਆਦਾ ਆਵੇਗਾ ਤੁਹਾਡੇ ਏਰੀਆ ਦੇ ਵਿੱਚ, ਕਿਉਂਕਿ ਉਹ ਉੱਪਰੋਂ ਦੀ ਆ ਰਿਹਾ ਪ੍ਰੈਸ਼ਰ। ਈਜ਼ਲੀ ਡੈਮੇਜ ਪਾਈਪ ਐਂਡ ਡਿਸਟ੍ਰੀਬਿਊਸ਼ਨ ਸਿਸਟਮ। ਬਿਲਕੁਲ ਅਗਰ ਉਹਦੇ ਵਿੱਚ ਪ੍ਰੈਸ਼ਰ ਹਾਈ ਹੋ ਜਾਂਦਾ, ਤੇ ਫਿਰ ਜਿਹੜਾ ਤੁਹਾਡਾ ਜਿਹੜਾ ਵਾਟਰ ਡਿਸਟ੍ਰੀਬਿਊਸ਼ਨ ਸਿਸਟਮ ਲੱਗਿਆ ਹੋਇਆ ਹੇਠਾਂ, ਉਹ ਜਿਹੜਾ ਡੈਮੇਜ ਹੋਣ ਦਾ ਪਾਈਪ ਖਤਰਾ ਜ਼ਿਆਦਾ ਵੱਧ ਜਾਂਦਾ, ਕਿਉਂਕਿ ਪਾਣੀ ਦਾ ਪ੍ਰੈਸ਼ਰ ਇੰਨੇ ਹੀ ਤੇਜ਼ ਆਊਗਾ, ਤੇ ਫਿਰ ਤੁਹਾਡਾ ਉਹ ਖਤਰਾ ਰਹਿੰਦਾ ਹੈ ਕਿ ਪਾਈਪਸ ਡੈਮੇਜ ਹੋਣ ਦਾ। ਆ ਗ੍ਰੈਵਿਟੀ ਸਿਸਟਮ ਦਿਖਾਇਆ ਗਿਆ ਹੈ। ਦੇਖੋ ਗ੍ਰੈਵਿਟੀ ਸਿਸਟਮ ਦੇ ਵਿੱਚ ਤੁਹਾਡਾ ਸਟੋਰੇਜ ਟੈਂਕ ਸਭ ਤੋਂ ਪਹਿਲਾਂ ਇਸ ਸਾਈਡ ਤੇ ਉੱਤੇ ਫਰੋਮ ਵਾਟਰ ਟ੍ਰੀਟਮੈਂਟ ਪਲਾਂਟ। ਤੁਸੀਂ ਇਹ ਸੋਚ ਲਓ ਕਿ ਇੱਕ ਪਹਾੜ ਆ, ਪਹਾੜ ਦੇ ਉੱਤੇ ਪਾਣੀ ਹੇਠਾਂ ਨੂੰ ਵਗ ਰਿਹਾ ਆ, ਪਹਾੜ ਦੇ ਉੱਤੇ ਵਾਟਰ ਟ੍ਰੀਟਮੈਂਟ ਪਲਾਂਟ ਆ, ਪਾਣੀ ਉੱਪਰੋਂ ਥੱਲੇ ਨੂੰ ਆ ਰਿਹਾ। ਉਹ ਤੋਂ ਥੋੜੀ ਜੀ ਅੱਗੇ ਜਾ ਕੇ ਉਹਨਾਂ ਨੇ ਸਟੋਰੇਜ ਟੈਂਕ ਲਗਾਏ ਹੋਏ ਆ, ਜਿੱਥੇ ਪਾਣੀ ਸਟੋਰ ਹੁੰਦਾ ਹੈ ਵਾਟਰ ਟ੍ਰੀਟਮੈਂਟ ਤੋਂ ਆ ਕੇ। ਫਿਰ ਥੱਲੇ ਥੋੜੀ ਜੀ ਆ ਕੇ ਸਰਵਿਸ ਟੈਂਕ ਲਗਾਇਆ ਹੋਇਆ ਹੈ, ਜਿੱਥੋਂ ਸਾਰੇ ਪਾਸੇ ਵਾਟਰ ਜਿਹੜਾ ਸਰਵ ਹੋਣਾ ਆ, ਤੇ ਸਰਵਿਸ ਟੈਂਕ ਤੋਂ ਪਾਣੀ ਜਾ ਰਿਹਾ ਸਿੱਧੇ ਘਰਾਂ ਨੂੰ।
ठीक है, वाटर सप्लाइड एरिया वन ये ग्रेविटी सिस्टम एक बार नज़र मार लो। सो पंप की हुंदा है, हुण दूसरे नंबर ते आ गया पंप की सप्लाई की हुंदी है। दिस सिस्टम इज यूज्ड व्हेन सप्लाई एरिया इज लोकेटेड एट दी सेम और हायर लेवल दैन स्टोरेज टैंक। कहते ये सिस्टम उदों यूज हुंदा है ਜਦੋਂ सप्लाई एरिया सेम ते होवे, सेम लैवल ते होवे ते सप्लाई एरिया हाई लैवल ते होवे। ठीक है, स्टोरेज टैंक नालों उपर अगर देनी है सप्लाई, पानी हेठा है उपर सप्लाई देनी, उस वेले पंपिंग सिस्टम का इस्तेमाल किया जाता है, यूज किया जाता है। वाटर इज डायरैक्टली पंप्ड टू डिस्ट्रीब्यूशन एरिया, जिहड़ा पानी आ वो डायरैक्ट पंप के थ्रू डिस्ट्रीब्यूशन एरिया दे विच पहुंचा दिता जाता है, डायरैक्टली पंप्ड टू डिस्ट्रीब्यूशन एरिया। सो इसकी एडवांटेज एक ही दी गई है कि अबिलिटी टू सप्लाई वाटर टू हायर ग्राउंड एरियाज, ये पानी की सप्लाई उच्ची जगहों पर कर सकता है पंप के थ्रू। डिसएडवांटेज बहुत ने एदियां, इंटरप्शन भी आ जाती है वाटर सप्लाई दे विच, अगर इलैक्ट्रिसिटी की कोई प्रॉब्लम आ गई है, हाई प्रैशर ड्यूरिंग लो डिमांड पीरियड एट नाइट एंड कैन काउज डैमेज भी कर सकता है। ठीक है, हाई प्रैशर अगर बनता है तो लो डिमांड के टाइम के उत्ते हाई प्रैशर ये आएगा तो वो डैमेज भी कर सकता है रात के टाइम के उत्ते। इनू कंट्रोल करने के लिए मेनटेनेंस सर्विस भी चाहिए होंगी है, वाटर सप्लाई का लैवल जिले का कंट्रोल करना है ऑप्टीमम लैवल नू, सो उन्होंने मेनटेनेंस भी ये खर्चा जो मेनटेनेंस लेबर कॉस्ट भी आती है। हाई ऑपरेशनल कॉस्ट टू मेनटेन पंप एंड डिस्ट्रीब्यूशन, सेम एज ए लेबर कॉस्ट होगी, ऑपरेशनल कॉस्ट होगी। ठीक है, मेनटेनेंस की कॉस्ट इनू आती है पंपिंग सिस्टम में, क्योंकि पंपिंग सिस्टम कभी भी खराब हो सकता है, पंप खराब हो सकता है, मोटर खराब हो सकती है, सो इस करके ये मेनटेनेंस कॉस्ट ज़्यादा होंगी है। सो आ पंपिंग सिस्टम जोड़ा लगा होया है, वाटर ट्रीटमेंट प्लांट जोड़ा थले है। ठीक है, सपोज कर लो एक बोर चो पानी लै रहे हैं, बोर चो पानी लैके उन्होंने स्टोरेज टैंक दे विच स्टोर किया जा रहा है, उस तो बाद पंप लगा के उन्होंने उपर वाल नूं एरिया वाल नूं भेजा जा रहा है। ठीक है, ये पंप सिस्टम है। अगे आ गया पंप एंड रेजरवॉयर सिस्टम की हुंदा है। ਇਹਦੇ ਵਿੱਚ ਕੀ ਆ, ਥੋੜੀ ਅਮਾਉਂਟ ਦਾ ਪਾਣੀ ਪੰਪਡ ਦੇ ਥਰੂ ਜਿਹੜਾ ਟੈਂਕ ਤੱਕ ਸਪਲਾਈ ਕੀਤਾ ਜਾਂਦਾ। ਦੇਖੋ, ਸਮ ਅਮਾਉਂਟ ਆਫ ਵਾਟਰ ਇਜ਼ ਪੰਪਡ ਟੂ ਸਪਲਾਈ ਏਰੀਆ ਐਂਡ ਰਿਮੇਨਿੰਗ ਇਜ਼ ਸਪਲਾਈ ਟੂ ਸਰਵਿਸ ਟੈਂਕ ਵਿਚ ਇਜ਼ ਲੋਕੇਟਡ ਐਟ ਦੀ ਹਾਈਅਰ ਲੈਵਲ ਦੈਨ ਸਪਲਾਈ ਏਰੀਆ। ਠੀਕ ਹੈ, ਇਹਦਾ ਮੈਂ ਅੱਗੇ ਜਾ ਕੇ ਤੁਹਾਨੂੰ ਇੱਕ ਪਿਕਚਰ ਦਿਖਾਣਾ, ਉੱਤੋਂ ਤੁਹਾਨੂੰ ਸਮਝ ਲੱਗਣਾ ਆ। ਸੇਮ ਐਜ਼ ਆ ਦੇਖੋ, ਇਹਦੇ ਵਿੱਚ ਕੀ ਹੁੰਦਾ ਆ, ਪੰਪ ਦੇ ਥਰੂ ਥੱਲੋਂ ਦੀ ਦੇਖੋ, ਸਭ ਤੋਂ ਪਹਿਲਾਂ ਵਾਟਰ ਟਰੀਟਮੈਂਟ ਪਲਾਂਟ ਆ, स्टोरेज टैंक है, स्टोरेज टैंक च पानी जमा हो गया, पंप के थ्रू उपर नूं सर्विस टैंक वाल नूं भी भेज रहे हैं पानी स्टोर करने के लिए, तो थल्लों दी वो वाटर सप्लाइड एरिया वाल नूं भी जा रहा है। चेक करो, ठीक है, पंप वाटर पंप जिहड़ा थल्लों एरिया वाल नूं भी भेज रहा, सर्विस टैंक वाल नूं भी भेज रहा। सेम वही कह रहे हैं कि थोड़ा अमाउंट का वाटर सप्लाई एरिया नूं जांदा है, तो थोड़ा जिहड़ा हाईयर ते जिहड़ा टैंक लगा हुंदा उधर नूं जांदा है। ठीक है, तो हुण कहते वो फिर टैंक कल उपर लगाया गया। अगर तुम सीधे ही कर रहे हो, कई बार नाइट ते रात नूं डिमांड ते पीक आवर्स दे विच जिहड़ी हाई डिमांड हुंदी है वाटर की, फिर उस वेले जदों हाई डिमांड आती है, फिर उस वेले टैंक का पानी, सर्विस टैंक का पानी डिस्ट्रीब्यूट किया जाता सप्लाई एरिया दे विच। अगर हाई डिमांड आ गई है, कई बार डिमांड हाई हो जाती है ना, अगर लो डिमांड पीरियड आ, ठीक है, फिर टैंक दे विच स्टोर रहिंदा आ और रहूगा। ते ਜਿਹੜੇ ਪੀਕ ਆਵਰਸ ਹੁੰਦੇ ਆ, ਜਦੋਂ ਬਹੁਤ ਜ਼ਿਆਦਾ ਮਤਲਬ ਪਾਣੀ ਦੀ ਲੋੜ ਹੁੰਦੀ ਆ, ਉਸ ਵੇਲੇ ਉਹ ਡਿਸਟ੍ਰੀਬਿਊਟ ਕਰ ਸਕਦੇ ਆ। ਇਹ ਵੀ ਫਾਇਦਾ ਹੋ ਗਿਆ ਕਿ ਪਾਣੀ ਸੇਫ ਤੇ ਹੈਗਾ ਨਾ, ਪੰਪ ਦੇ ਵਿੱਚ ਕੋਈ ਗੜਬੜ ਆ ਜੇ ਤੇ ਉੱਥੋਂ ਪਾਣੀ ਜਿਹੜਾ ਅਸੀਂ ਲੈ ਸਕਦੇ ਆ ਜਦੋਂ ਤੱਕ ਪੰਪ ਨਹੀਂ ਸਹੀ ਹੋਣਾ, ਸੋ ਪ੍ਰੋਬਲਮ ਜਿਹੜੀ ਉਸ ਤੇ ਨਹੀਂ ਆਏਗੀ। ਸੋ ਐਡਵਾਂਟੇਜ ਕੀ ਆ ਇਹਦੀ ਐਡਵਾਂਟੇਜ ਆ, ਇਹ ਫਿਕਸਡ ਰੇਟ ਹੁੰਦੇ, ਪੰਪਿੰਗ ਪ੍ਰੋਸੈਸ ਆਪਰੇਟਸ ਐਟ ਫਿਕਸਡ ਰੇਟ ਤੇ ਹੁੰਦਾ ਹੈ। ਠੀਕ ਹੈ, ਫਿਕਸਡ ਰੇਟ ਦੇ ਹੋਣ ਦੇ ਕਾਰਨ ਇਹ ਐਫੀਸ਼ੀਐਂਟ ਹੋਏਗਾ ਤੇ ਮੇਨਟੇਨੈਂਸ ਦੀ ਇਹਦੀ ਲੋੜ ਘਟ ਜਾਊਗੀ। ਠੀਕ ਹੈ, ਪਾਈਪ ਦੇ ਵਿੱਚ ਅਗਰ ਡੈਮੇਜ ਆ ਸਕਦਾ ਤਾਂ ਡਿਸਟ੍ਰੀਬਿਊਸ਼ਨ ਸਿਸਟਮ ਰਿਡਿਊਸ ਹੋ ਸਕਦਾ, ਕਿਉਂਕਿ ਅਗਰ ਡੈਮੇਜ ਆ ਗਿਆ ਤੇ ਅਸੀਂ ਦੋ ਏਰੀਆ ਵੰਡੇ ਹੋਏ ਆ, ਪਾਈਪ ਤੋਂ ਥੱਲੋਂ ਦੀ ਵੀ ਟ੍ਰਾਂਸਫਰ ਕਰ ਰਹੇ ਹਾਂ, ਉੱਪਰੋਂ ਵੀ। ਅਗਰ ਉੱਪਰੋਂ ਕੋਈ ਟ੍ਰਾਂਸਫਰ ਕਰਦੇ ਪ੍ਰੋਬਲਮ ਆ ਗਈ ਪਾਈਪ ਦੇ ਵਿੱਚ, ਥੱਲੋਂ ਤੇ ਪਾਣੀ ਜਾ ਹੀ ਰਿਹਾ ਹੈ। ਠੀਕ ਹੈ, ਸੋ ਡਿਸਐਡਵਾਂਟੇਜ ਇਹਦੀ ਕੋਈ ਨਹੀਂ ਸੀਗੀ। ਇਹ ਸੀਗਾ ਵਾਟਰ ਸਪਲਾਈ ਸਿਸਟਮ ਇਨ इंडिया और एनी
place